ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਬੇਸ਼ੁਮਾਰ ਅਥਾਹ ਗਣਤ ਅਤੁਲੈ ਜਿਉ ਬੁਲਾਵੋ। ਜਿਉ ਨਾਨਕ ਦਾਸ ਬੋਲੇ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਰਾਮ ਜਪੋ ਵਡਭਾਗੀਓ ਜਲ ਥਲ ਪੂਰਨ ਸੋਏ। ਨਾਨਕ ਨਾਮ ਧਿਆਏ ਬਿਘਨ ਨ ਲਾਗੈ ਕੋਇ। ਰਾਮ ਜਪੋ ਵਡਭਾਗੀਓ ਜਲ ਥਲ ਪੂਰਨ ਸੋਏ। ਨਾਨਕ ਨਾਮ ਧਿਆਏ ਬਿਘਨ ਨ ਲਾਗੈ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਹਿਬੇ ਕਮਾਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ ਤੇ ਦੇ ਤਹਿਤ ਗੁਜਰੀ ਰਾਗ ਦੀ ਦੂਸਰੀ ਵਾਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੀਆਂ 21 ਪੌੜੀਆਂ ਹਨ ਔਰ ਹਰ ਇੱਕ ਪੌੜੀ ਦੇ ਨਾਲ 2 ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਪੌੜੀਆਂ ਦੀ ਹੀ ਵਾਰ ਹੁੰਦੀ ਹੈ, ਪਰ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਸ਼ਲੋਕ ਨਾਲ ਦਰਜ ਕੀਤੇ ਨੇ ਸਾਰੀਆਂ ਵਾਰਾਂ ਦੇ, ਉਹਨਾਂ ਦਾ ਕਾਰਨ ਹੈ ਪੌੜੀਆਂ ਦੇ ਗੋਜ ਭਾਵ ਨੂੰ ਖੋਲ੍ਹਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਜੋ 22 ਵਾਰਾਂ ਵਿੱਚੋਂ 20 ਵਾਰਾਂ ਹਨ ਉਹਨਾਂ ਦੇ ਨਾਲ ਇਹਨਾਂ ਸਾਰੀਆਂ 20 ਵਾਰਾਂ ਦੇ ਨਾਲ ਸ਼ਲੋਕ ਦਰਜ ਕੀਤੇ ਹਨ। ਸੋ ਗੁਰਮੁਖੋ, ਅੱਜ ਦਾ ਜੋ ਪਾਵਨ ਦਿਹਾੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅੱਜ ਦੇ ਦਿਨ ਸੂਬਾ ਸਰਹੰਦ ਵਜ਼ੀਰ ਖਾਨ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ। ਮਾਤਾ ਗੁਜਰ ਕੌਰ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ। ਸੋ ਆਓ ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ ਕੁਝ ਸਮਾਂ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਵੀ ਨਤਮਸਤਕ ਹੋਣਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਕਰ ਰਹੇ ਹਨ, ਪਾਤਸ਼ਾਹ ਜੀ ਫਰਮਾਨ ਕਰਦੇ ਨੇ ਵਾਹਿਗੁਰੂ ਦਾ ਨਾਮ ਜਪਣਾ ਹਰ ਇੱਕ ਮਨੁੱਖ ਦਾ ਫਰਜ਼ ਹੈ।
ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ, ਉਹਨਾਂ ਦੇ ਜੀਵਨ ਦਾ ਲਕਸ਼ ਪੂਰਾ ਹੋਇਆ ਹੈ। ਉਹਨਾਂ ਦੇ ਮਨ ਦੇ ਸਾਰੇ ਮਨੋਰਥ ਪੂਰੇ ਹੋਏ ਹਨ ਅਤੇ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋਈ ਹੈ। ਉਹਨਾਂ ਦਾ ਜੰਮਣ ਮਰਨਾ ਖਤਮ ਹੋ ਗਿਆ, ਉਹ ਸੱਚ ਦੇ ਵਿੱਚ ਸਮਾ ਜਾਂਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਹਨ। ਸ਼ਲੋਕ ਮਹੱਲਾ ਪੰਜਵਾਂ। ਰਾਮ ਜਪੋ ਵਡ ਭਾਗੀ ਹੋ, ਜਲ ਥਲ ਪੂਰਨ ਸੋਏ। ਐ ਵੱਡਿਆਂ ਭਾਗਾਂ ਵਾਲਿਓ, ਤੁਹਾਨੂੰ ਸਮਾਂ ਮਿਲਿਆ ਹੈ ਨਾਮ ਜਪਣ ਦਾ। ਜਿਹਨੂੰ ਸਮਾਂ ਮਿਲ ਜੇ ਉਹਨੂੰ ਆਪਾਂ ਵੱਡਿਆਂ ਭਾਗਾਂ ਵਾਲਾ ਕਹਿੰਦੇ ਵੀ ਤੈਨੂੰ ਮੌਕਾ ਮਿਲ ਗਿਆ, ਇਸ ਮੌਕੇ ਨੂੰ ਸੰਭਾਲ ਲੈ। ਕੋਈ ਵੀ ਕੰਮ ਹੋਵੇ ਨਾ ਦੁਨੀਆ ਦਾ, ਤੇ ਆਪਾਂ ਕਹਿੰਦੇ ਹਾਂ ਵੀ ਤੈਨੂੰ ਇਹ ਬਹੁਤ ਵਧੀਆ ਮੌਕਾ ਮਿਲਿਆ ਹੈ, ਇਸ ਨੂੰ ਸੰਭਾਲ ਲੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਵੱਡਿਆਂ ਭਾਗਾਂ ਵਾਲਿਓ, ਤੁਹਾਨੂੰ ਇਹ ਮੌਕਾ ਮਿਲਿਆ ਹੈ ਵਾਹਿਗੁਰੂ ਦੀ ਬੰਦਗੀ ਕਰਨ ਦਾ, ਨਾਮ ਜਪਣ ਦਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪੋ, ਜਲ ਥਲ ਪੂਰਨ ਸੋਏ। ਜੋ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਸਾਰੇ ਪਾਸੇ ਪੂਰਨ ਹੈ। ਰਾਮ ਜਪੋ ਵਡ ਭਾਗੀ ਹੋ, ਜਲ ਥਲ ਪੂਰਨ ਸੋਏ। ਇੱਥੇ ਇੱਕ ਬੇਨਤੀ ਹੈ ਗੁਰਮੁਖੋ, ਅਕਸਰ ਆਪਾਂ ਗੁਰਬਾਣੀ ਪੜ੍ਹਦੇ ਹੋਏ ਬਹੁਤ ਗਲਤੀਆਂ ਕਰਦੇ ਹਾਂ। ਰਾਮ ਜਪੋ ਵਡ ਭਾਗੀ ਹੋ, ਹਾਹਾ ਹਾਹੇ ਥੋੜਾ ਲੱਗਾ ਹੈ, ਪਰ ਆਮ ਕਰਕੇ ਉਹ ਪੜ੍ਹਿਆ ਜਾਂਦਾ ਹੈ। ਇਹ ਸਾਨੂੰ ਧਿਆਨ, ਜੇ ਆਪਾਂ ਚਾਹੁੰਦੇ ਹਾਂ ਸਾਡਾ ਧਿਆਨ ਬਾਣੀ ਵਿੱਚ ਜੁੜੇ, ਤਾਂ ਬਾਣੀ ਨੂੰ ਧਿਆਨ ਨਾਲ ਪੜ੍ਹੀਏ। ਜਿੰਨਾ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਰਸ ਵੀ ਆਵੇਗਾ, ਉਹਦਾ ਲਾਭ ਵੀ ਹੋਵੇਗਾ, ਅਤੇ ਗੁਰਬਾਣੀ ਵੀ ਸ਼ੁੱਧ ਹੁੰਦੀ ਜਾਵੇਗੀ, ਉਚਾਰਨ ਸਾਡਾ ਸ਼ੁੱਧ ਹੁੰਦਾ ਜਾਵੇਗਾ। ਆਪਾਂ ਆਨੰਦ ਸਾਹਿਬ ਦੀ ਤੁਸੀਂ ਬਾਣੀ ਆਮ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਜਿਹੜੀ ਅਖੀਰਲੀ ਪੌੜੀ ਪੜ੍ਹਦੇ ਹਾਂ, ਆਨੰਦ ਸੁਣੋ ਵਡ ਭਾਗੀ, ਉਹ ਬੋਲਿਆ ਜਾਂਦਾ ਹੈ। ਸਾਰੇ ਦੇਖ ਲਓ ਜੇ, ਉਹ ਨਹੀਂ ਹੈ ਉੱਥੇ ਲਿਖਿਆ। ਉੱਥੇ ਵੀ ਲਿਖਿਆ ਆਨੰਦ ਸੁਣੋ ਵਡ ਭਾਗੀ ਹੋ, ਹਾਹੇ ਨਾਲ ਲਿਖਿਆ ਹੋਇਆ ਹੈ, ਪਰ ਪੜ੍ਹਿਆ ਕੀ ਜਾਂਦਾ, ਊੜਾ ਪੜ੍ਹਿਆ ਜਾਂਦਾ ਹੈ। ਆਨੰਦ ਸੁਣੋ ਵਡ ਭਾਗੀ ਹੋ, ਹਾਹੇ ਨੂੰ ਖਤਮ ਕਰਤਾ, ਹਾਹੇ ਦੀ ਮਾਤਰਾ ਵੀ ਖਤਮ ਕਰਤੀ ਜਿਹੜੀ ਉੱਪਰ ਲੱਗੀ ਹੈ। ਸੋ ਜੇ ਆਪਾਂ ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਹੈ ਨਾ, ਸਭ ਤੋਂ ਪਹਿਲਾਂ ਧਿਆਨ ਨਾਲ ਪੜ੍ਹੋ। ਅੱਖਰਾਂ ਦੇਖੋ, ਮਾਤਰਾ ਦੇਖੋ, ਕਿੰਨੀਆਂ ਲੱਗੀਆਂ ਨੇ, ਕਿਹੜਾ ਅੱਖਰ ਹੈ। ਅਤੇ ਆਪਾਂ ਅਕਸਰ ਐਵੇਂ ਬੇਧਿਆਨ ਪੜ੍ਹੇ ਜਾਂਦੇ ਹਾਂ, ਭਾਵੇਂ ਪੜ੍ਹਦੇ ਹੁੰਦੇ ਆਪ ਫਿਰ ਵੀ ਗਲਤ ਪੜ੍ਹੀ ਜਾਂਦੇ, ਕਿਉਂਕਿ ਧਿਆਨ ਨਹੀਂ ਹੈ। ਇੱਥੇ ਵੀ ਸ਼ਬਦ ਆਇਆ, ਰਾਮ ਜਪੋ ਵਡ ਭਾਗੀ ਹੋ, ਵੱਡਿਆਂ ਭਾਗਾਂ ਵਾਲੇ ਹੋ, ਨਾਮ ਜਪਣਾ ਕਰੋ। ਕਿਹੜਾ ਨਾਮ ਜਪਣਾ ਹੈ? ਕਿਉਂਕਿ ਨਾਮ ਕੋਈ ਕਿਧਰ ਕੰਨਾਂ ਵਿੱਚ ਦਿੰਦਾ, ਕੋਈ ਕੁਝ ਕਹਿੰਦਾ, ਕੋਈ ਕੁਝ। ਵਾਹਿਗੁਰੂ ਦਾ ਨਾਮ ਜਪਣਾ ਹੈ। ਤੇ ਮਹਾਰਾਜ ਕਹਿੰਦੇ ਉਹਨੂੰ ਛੁਪ ਕੇ ਪੜ੍ਹਨ ਦੀ ਲੋੜ ਨਹੀਂ, ਉਹ ਤੇ ਸਾਰੇ ਥਾਵਾਂ 'ਤੇ ਪ੍ਰਗਟ ਹੈ। ਜਲ ਥਲ ਪੂਰਨ ਸੋਏ, ਤੇ ਉਹਦਾ ਨਾਮ ਜਿੱਥੇ ਮਰਜ਼ੀ ਬੈਠ ਕੇ ਜਪੋ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛਪਾਉਣਾ ਕਿਉਂ ਹੈ? ਕਈ ਕਹਿੰਦੇ ਵੀ ਇਹ ਮੰਤਰ ਦੱਸਣਾ ਨਹੀਂ ਅੱਗੇ ਤੁਸੀਂ। ਜਦੋਂ ਵਾਹਿਗੁਰੂ ਨਹੀਂ ਛੁਪਿਆ, ਉਹ ਤਾਂ ਸਾਰੇ ਪ੍ਰਗਟ ਹੈ, ਸਾਰੇ ਪਾਸੇ ਪੂਰਨ ਹੋ ਕੇ ਵਰਤ ਰਿਹਾ ਹੈ, ਤੇ ਉਹਦੇ ਨਾਮ ਨੂੰ ਕਿਉਂ ਛਪਾਉਣਾ ਹੈ? ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪੋ। ਤੇ ਜਗਿਆਸੂ ਸਵਾਲ ਕਰਦਾ ਹੈ, ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਆਪਾਂ ਕਹਿ ਸਕਦੇ ਹਾਂ ਸਾਨੂੰ ਨਾਮ ਜਪਣ ਦੀ ਕੀ ਲੋੜ ਹੈ? ਅਸੀਂ ਬਾਣੀ ਕਿਉਂ ਪੜ੍ਹੀਏ? ਅਸੀਂ ਨਾਮ ਕਿਉਂ ਜਪੀਏ? ਗੁਰਮੁਖੋ, ਨਾਮ ਹੀ ਜਪਾਂਗੇ, ਬਾਣੀ ਨਾਮ ਹੀ ਪੜ੍ਹਾਂਗੇ, ਤੇ ਤਾਂ ਵੀ ਜੀਵਨ ਚੱਲੀ ਜਾਣਾ ਹੈ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਵਿਦਿਆ ਪੜ੍ਹਨੀ ਜਾਂ ਕੋਈ ਵੀ ਗੁਣ ਸਿੱਖਣਾ, ਉਹ ਸਾਡੇ ਜੀਵਨ ਨੂੰ
ਵਧੀਆ ਢੰਗ ਨਾਲ ਜੀਵਨ ਵਾਸਤੇ ਹੈ। ਆਪਾਂ ਕੋਈ ਕਲਾ ਨਹੀਂ ਵੀ ਸਿੱਖਦੇ, ਕੋਈ ਵਿਦਿਆ ਗੁਣ ਨਹੀਂ ਵੀ ਸਿੱਖਦੇ, ਤੇ ਆਪਾਂ ਨੂੰ ਰੋਟੀ ਫਿਰ ਵੀ ਆਪਾਂ ਖਾਈ ਜਾਣੀ ਹੈ। ਕੋਈ ਨਾ ਕੋਈ ਬੰਦਾ ਕੰਮ ਕਰ ਲਏਗਾ, ਦਿਹਾੜੀ ਦੱਪਾ ਕਰ ਲਏਗਾ, ਪਰ ਜੇਕਰ ਜੀਵਨ ਦਾ ਵਧੀਆ ਆਨੰਦ ਲੈਣਾ, ਲਾਹਾ ਲੈਣਾ ਹੈ, ਤੇ ਫਿਰ ਵਧੀਆ ਤਾਲੀਮ, ਵਧੀਆ ਗੁਣ ਸਿੱਖ ਕੇ ਹੀ ਦੁਨੀਆ ਦੇ ਵਿੱਚ ਸੋਭਾ ਸਤਿਕਾਰ ਵੀ ਪ੍ਰਾਪਤ ਹੁੰਦਾ ਹੈ, ਤੇ ਧਨ ਮਿਲਦਾ ਹੈ। ਧਨ ਨਾਲ ਸਾਰੇ ਸੁੱਖ ਵੀ ਜੀਵ ਪ੍ਰਾਪਤ ਕਰਦਾ ਹੈ। ਨਾ ਵੀ ਪੜ੍ਹੇਗਾ ਜੀਵਨ ਤਾਂ ਵੀ ਚੱਲੀ ਜਾਣਾ ਹੈ, ਪਰ ਜੇ ਨਾ ਵਿਦਿਆ ਨਹੀਂ ਪੜ੍ਹਿਆ ਤੇ ਮਨੁੱਖ ਦਾ ਜੀਵਨ ਪਸ਼ੂ ਦੀ ਤਰ੍ਹਾਂ ਰਹਿੰਦਾ ਹੈ। ਉਹ ਵਿਦਿਆ ਉਹ ਬਿਰਤੀ ਰਹਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਜਪੋ, ਇਹਦਾ ਤੁਹਾਨੂੰ ਹੀ ਲਾਭ ਹੈ। ਮਹਾਰਾਜ ਕਹਿੰਦੇ ਨਾਨਕ ਨਾਮ ਧਿਆਏ ਐ ਬਿਘਨ ਨ ਲਾਗੈ ਕੋਏ। ਜੇ ਨਾਮ ਨੂੰ ਧਿਆਓਗੇ ਤੁਹਾਡੀ ਆਤਮਾ ਨੂੰ, ਤੁਹਾਡੇ ਜੀਵਨ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਲੱਗ ਸਕਦਾ। ਵਿਘਨ ਆਉਣਗੇ ਜ਼ਰੂਰ, ਪਰ ਉਹ ਮਹਿਸੂਸ ਨਹੀਂ ਹੋਣਗੇ। ਜਿਵੇਂ ਤੁਸੀਂ ਵੇਖਿਆ ਹੋਣਾ ਹੈ, ਆਪਾਂ ਜਾ ਰਹੇ ਹੋਈਏ ਨਾ, ਸਫ਼ਰ ਕਰਦੇ ਹੋਏ ਕਿਸੇ ਵਹੀਕਲ 'ਤੇ, ਮੋਟਰਸਾਈਕਲ 'ਤੇ ਜਾ ਰਹੇ ਹਾਂ ਜਾਂ ਕਿਸੇ ਆਟੋ 'ਤੇ ਜਾ ਰਹੇ ਹਾਂ, ਅਤੇ ਰਸਤੇ ਵਿੱਚ ਨਾ ਉਹ ਹੈਂਪਰ ਜੇ ਬਣੇ ਹੁੰਦੇ ਨੇ, ਜਾਂ ਰਸਤਾ ਟੁੱਟਾ ਹੁੰਦਾ, ਵਿੱਚ ਖੱਡੇ ਹੁੰਦੇ ਨੇ, ਉੱਥੇ ਸਾਨੂੰ ਡਹਿ ਕੇ ਜ਼ਿਆਦਾ ਲੱਗਦੇ ਨੇ ਇਹਨਾਂ ਵਹੀਕਲਾਂ 'ਤੇ। ਪਰ ਜੇ ਬਹੁਤ ਵਧੀਆ ਗੱਡੀ ਹੈ, ਉਹਦੇ ਵਿੱਚ ਉਹ ਡਹਿ ਕੇ ਇੰਨੇ ਮਹਿਸੂਸ ਨਹੀਂ ਹੁੰਦੇ। ਇੱਕ ਬੰਦਾ ਜਾ ਰਿਹਾ, ਉਹਨੂੰ ਉਹ ਜ਼ਿਆਦਾ ਲੱਗਦੇ ਨੇ, ਕਿਉਂਕਿ ਉਹ ਆਮ ਵਹੀਕਲ 'ਤੇ ਜਾ ਰਿਹਾ ਹੈ। ਪਰ ਕੋਈ ਜਿਹੜੀ ਮਸਤ ਦੀ ਗੱਡੀ 'ਤੇ ਜਾ ਰਿਹਾ ਹੈ, ਉਹਨੂੰ ਉਹ ਮਹਿਸੂਸ ਨਹੀਂ ਇੰਨੇ ਹੁੰਦੇ। ਉਹਨੂੰ ਗਰਮੀ ਵੀ ਤੰਗ ਨਹੀਂ ਕਰਦੀ, ਉਹਨੂੰ ਬਾਰਿਸ਼ ਵੀ ਤੰਗ ਨਹੀਂ ਕਰਦੀ, ਉਹਨੂੰ ਤੂਫਾਨ ਚੱਲ ਰਿਹਾ ਉਹ ਵੀ ਤੰਗ ਨਹੀਂ ਕਰਦਾ, ਉਹਨੂੰ ਸਰਦੀ ਪੈ ਰਹੀ ਉਹ ਵੀ ਤੰਗ ਨਹੀਂ ਕਰਦੀ। ਆਪਣੀ ਗੱਡੀ ਵਿੱਚ ਬੜੇ ਆਰਾਮ ਨਾਲ ਸਫ਼ਰ ਤੈਅ ਕਰ ਰਿਹਾ ਹੈ, ਜਾ ਰਿਹਾ ਹੈ। ਐਸਾ ਨਹੀਂ ਵੀ ਸਰਦੀ ਨਹੀਂ, ਧੁੱਪ ਨਹੀਂ, ਗਰਮੀ ਨਹੀਂ, ਮੀਂਹ ਨਹੀਂ ਪੈ ਰਿਹਾ, ਸਾਰਾ ਕੁਝ ਹੋ ਰਿਹਾ ਹੈ ਉਹਦੇ ਜੀਵਨ ਦੇ ਵਿੱਚ। ਪਰ ਉਹਦੇ ਕੋਲ ਉਹ ਸਹੂਲਤਾਂ ਹੋਣ ਕਰਕੇ ਉਹ ਚੀਜ਼ਾਂ ਉਹਦਾ ਕੁਝ ਵੀ ਨਹੀਂ ਵਿਗਾੜ ਸਕਦੀਆਂ। ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਦੇ ਜੀਵਨ ਵਿੱਚ ਵੀ ਦੁੱਖ ਆਉਂਦੇ ਨੇ, ਰੋਗ ਆਉਂਦੇ ਨੇ, ਬਿਪਤਾ ਆਉਂਦੀ ਹੈ, ਪਰ ਉਹਨੂੰ ਇੰਨਾ ਤੰਗ ਨਹੀਂ ਕਰਦੀ, ਕਿਉਂਕਿ ਉਹਦੇ ਕੋਲ ਬੰਦਗੀ ਉਹਦਾ ਸਹਾਇਤਾ ਕਰਦੀ। ਨਾਮ ਜਪਿਆ ਹੋਇਆ ਉਹਦੀ ਸਹਾਇਤਾ ਕਰਦਾ ਹੈ। ਉਹ ਨਾਮ ਉਹਨੂੰ ਓਟ ਆਸਰਾ ਦੇ ਕੇ ਰੱਖਦਾ ਹੈ। ਜਿਵੇਂ ਜਿਸ ਮਨੁੱਖ ਦੇ ਕੋਲ ਧਨ ਹੈ, ਨਾ ਉਹਨੂੰ ਗਰਮੀ ਬਹੁਤਾ ਤੰਗ ਕਰਦੀ, ਨਾ ਸਰਦੀ, ਕਿਉਂਕਿ ਉਹਦੇ ਕੋਲ ਉਸ ਤਰ੍ਹਾਂ ਦੇ ਪਾਉਣ ਵਾਲੇ ਕੱਪੜੇ ਨੇ, ਉਸ ਤਰ੍ਹਾਂ ਦੇ ਛਕਣ ਵਾਲੇ ਪਦਾਰਥ ਨੇ। ਗੱਡੀ ਵਿੱਚ ਹੀਟਰ ਲੱਗਿਆ, ਗੱਡੀ ਵਿੱਚ AC ਲੱਗਿਆ, ਘਰ ਦੇ ਵਿੱਚ ਇਹ ਸਾਰੀਆਂ ਸਹੂਲਤਾਂ ਨੇ। ਗਰਮੀ ਉਹਦੇ ਜੀਵਨ ਵਿੱਚ ਵੀ ਆਉਂਦੀ, ਸਰਦੀ ਵੀ ਆਉਂਦੀ, ਸਾਰਾ ਕੁਝ ਹੁੰਦਾ, ਪਰ ਉਹ ਚੀਜ਼ਾਂ ਉਹਨੂੰ ਤੰਗ ਨਹੀਂ ਕਰਦੀਆਂ। ਇਸੇ ਤਰ੍ਹਾਂ ਦੁੱਖ, ਰੋਗ, ਵਿਘਨ ਇਹ ਗੁਰਮੁਖਾਂ ਦੇ ਜੀਵਨ ਵਿੱਚ ਵੀ ਆਉਂਦੇ ਨੇ। ਜਿਵੇਂ ਭਗਤ ਪ੍ਰਹਿਲਾਦ ਦੇ ਜੀਵਨ ਵਿੱਚ ਕਿੱਡੇ ਵੱਡੇ ਵੱਡੇ ਦੁੱਖ ਆਏ, ਪਹਾੜ ਤੋਂ ਸੁੱਟ ਦਿੱਤਾ ਗਿਆ, ਪਰ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ, ਕਿਉਂਕਿ ਨਾਮ ਨੇ ਉਹਨਾਂ ਦੀ ਸਹਾਇਤਾ ਕੀਤੀ। ਤੇ ਅੰਦਰ ਕਮਰੇ, ਸੱਪਾਂ ਵਾਲੇ ਕਮਰੇ 'ਚ ਬੰਦ ਕਰ ਦਿੱਤਾ ਗਿਆ। ਬਾਰਕ ਨੂੰ ਅੰਦਰ, ਭਗਤ ਪ੍ਰਹਿਲਾਦ ਨੂੰ ਅੰਦਰ ਰੱਖ ਕੇ ਤਾਲਾ ਲਾ ਦਿੱਤਾ ਗਿਆ, ਪਰ ਉਹ ਡਰਿਆ ਨਹੀਂ। ਭਗਤ ਕਬੀਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਗੰਗਾ ਨਦੀ ਵਿੱਚ ਸੁੱਟ ਦਿੱਤਾ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਪਕੜ ਲਿਆ, ਪਰ ਉਹਨਾਂ ਨੂੰ ਉਹ ਮਹਿਸੂਸ ਨਹੀਂ ਹੋਇਆ, ਕਿਉਂਕਿ ਬੰਦਗੀ ਦੀ ਓਟ ਇੰਨੀ ਵੱਡੀ ਹੈ ਕਿ ਉਹ ਵਿਘਨ, ਦੁੱਖ ਮਹਿਸੂਸ ਨਹੀਂ ਹੁੰਦਾ। ਹੁੰਦਾ ਹੈ, ਇਹ ਖਤਮ ਨਹੀਂ ਹੁੰਦਾ ਸੰਸਾਰ ਵਿੱਚੋਂ। ਗਰਮੀ, ਸਰਦੀ, ਧੁੱਪ, ਮੀਂਹ ਆਦਿ ਕਦੇ ਖਤਮ ਨਹੀਂ ਹੋਵੇਗਾ। ਪਰ ਜੇ ਮਨੁੱਖ ਨੇ ਧਨ ਕਮਾਇਆ ਹੋਇਆ, ਉਹ ਇਸ ਧਨ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਹੈ। ਉਹਦੇ ਹੁਣ ਜਿਹਦਾ ਕੋਲ ਧਨ ਨਹੀਂ, ਘਰ ਟੁੱਟਾ ਹੋਇਆ, ਮੀਂਹ ਆ ਗਿਆ, ਝੌਂਪੜੀ, ਘਰ ਟੁੱਟਾ ਹੋਇਆ, ਚੋਣ ਲੱਗ ਪਈ ਛੱਤ, ਸਾਰਾ ਭਾਂਡੇ ਵੀ ਖਰਾਬ, ਬਸਤਰ ਵੀ ਖਰਾਬ, ਜੋ ਕੁਛ ਸਮਾਨ ਪਿਆ ਘਰ ਵਿੱਚ ਖਰਾਬ ਹੋ ਗਿਆ ਨਾ। ਟੁੱਟਾ ਫੁੱਟਾ ਘਰ ਸੀ, ਖਰਾਬ ਹੋ ਗਿਆ ਸਾਰਾ ਸਮਾਨ ਲਿਆਂਦਾ ਹੋਇਆ।
ਪਰ ਜੇ ਵਧੀਆ ਕੋਠੀ ਪਾਈ ਹੈ, ਜਿੰਨਾ ਮਰਜ਼ੀ ਮੀਂਹ ਪਈ ਜਾਵੇ, ਉਹਨੂੰ ਕੀ ਪਰਵਾਹ, ਘਰ ਵਿੱਚ ਕੀਮਤੀ ਪਿਆ ਸਮਾਨ ਕਦੇ ਖਰਾਬ ਨਹੀਂ ਹੋਵੇਗਾ। ਇਸੇ ਤਰ੍ਹਾਂ ਗੁਰਮੁਖੋ ਜਿਹਦੇ ਕੋਲ ਬੰਦਗੀ ਹੈ, ਬੰਦਗੀ ਉਹਨੂੰ ਇਹਨਾਂ ਚੀਜ਼ਾਂ ਤੋਂ, ਦੁੱਖਾਂ ਰੋਗਾਂ ਕਲੇਸ਼ਾਂ ਤੋਂ ਬਚਾ ਕੇ ਰੱਖਦੀ ਹੈ। ਮਹਾਰਾਜ ਕਹਿੰਦੇ ਨਾਨਕ ਨਾਮ ਧਿਆਏ ਬਿਘਨ ਨ ਲਾਗੈ ਕੋਏ, ਕੋਈ ਵਿਘਨ ਨਹੀਂ ਲੱਗੇਗਾ। ਮਹੱਲਾ ਪੰਜਵਾਂ। ਕੋਟ ਵਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ। ਤੇ ਉਸ ਬੰਦੇ ਨੂੰ ਕਰੋੜਾਂ ਹੀ ਵਿਘਨ ਲੱਗ ਜਾਂਦੇ ਨੇ ਜਿਹਨੂੰ ਨਾਮ ਭੁੱਲ ਗਿਆ। ਜਿਹਦੇ ਘਰ ਵਿੱਚ ਧਨ ਨਹੀਂ ਹੈ, ਪੈਸਾ ਨਹੀਂ ਹੈ, ਘਰ ਵੀ ਟੁੱਟਾ ਹੋਇਆ, ਖਾਣ ਨੂੰ ਕੋਈ ਰਾਸ਼ਨ ਨਹੀਂ, ਘਰ ਵਿੱਚ ਕੋਈ ਵਧੀਆ ਪਦਾਰਥ ਨਹੀਂ, ਪਾਉਣ ਨੂੰ ਵਧੀਆ ਕੱਪੜੇ ਨਹੀਂ, ਘਰ ਵੀ ਟੁੱਟਾ ਫੁੱਟਾ, ਪੈਰਾਂ ਵਿੱਚ ਪਾਉਣ ਨੂੰ ਜੁੱਤੀ ਨਹੀਂ। ਧਨ, ਇੱਕ ਧਨ ਤੋਂ ਬਿਨਾਂ ਕਿੰਨੀ ਦੁਰਦਸ਼ਾ ਹੋ ਜਾਂਦੀ ਬੰਦੇ ਦੀ। ਪਰ ਜਦੋਂ ਧਨ ਕੋਲ ਹੁੰਦਾ ਹੈ ਤੇ ਬੰਦਾ ਰਾਜਾ ਬਣ ਜਾਂਦਾ ਹੈ, ਬਾਦਸ਼ਾਹ ਬਣ ਜਾਂਦਾ ਹੈ, ਬੇਪਰਵਾਹ ਹੋ ਕੇ ਚੱਲਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹਨੂੰ ਨਾਮ ਵਿਸਰ ਗਿਆ ਭਾਈ, ਉਹਨੂੰ ਕਰੋੜਾਂ ਹੀ ਵਿਘਨ ਲੱਗ ਜਾਂਦੇ ਨੇ, ਬਿਪਤਾ ਪਈ ਰਹਿੰਦੀ ਕੋਈ ਨਾ ਕੋਈ। ਕੋਟ ਵਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ। ਜਿਹਨੂੰ ਨਾਮ ਵਿਸਰ ਗਿਆ ਕਰੋੜਾਂ ਹੀ ਵਿਘਨ ਲੱਗ ਜਾਂਦੇ ਨੇ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਨਾਨਕ ਅਨ ਦਿਨ ਬਿਲਵਤੇ ਜਿਉ ਸੁੰਝੈ ਘਰ ਕਾਉ। ਉਹ ਇੱਦਾਂ ਵਿਲਕਦੇ ਨੇ ਜਿਵੇਂ ਖਾਲੀ ਘਰ ਦੇ ਵਿੱਚ ਕਾਂ ਬਿਲਪਦੇ ਨੇ, ਬੋਲਦੇ ਨੇ, ਪਰ ਉੱਥੋਂ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਪੌੜੀ। ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਜਿਵੇਂ ਜਿਵੇਂ ਮਨੁੱਖ ਰੱਬ ਦਾ ਨਾਮ ਜਪਦਾ ਹੈ, ਇਹਦੇ ਮਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਕੋਈ ਕੰਮ ਦੁਨੀਆ ਦਾ ਰਹਿੰਦਾ ਹੀ ਨਹੀਂ। ਇੱਛ ਪੁਨੀ ਮਨ ਆਸ ਗਏ ਵਸੂਰਿਆ। ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਮਨ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਵਸੂਰਾ ਮੈਨੇ ਝੋਰੇ, ਫਿਕਰ ਉਹ ਲੈ ਜਾਂਦੇ ਨੇ। ਕਿਸੇ ਤਰ੍ਹਾਂ ਦਾ ਫਿਕਰ ਰਹਿੰਦਾ ਹੀ ਨਹੀਂ ਹੈ। ਨਹੀਂ ਤੇ ਆਪਾਂ ਨੂੰ ਵੇਖੋ ਕਿੰਨੇ ਫਿਕਰ ਲੱਗੇ ਰਹਿੰਦੇ ਨੇ, ਕਦੇ ਕੋਈ ਫਿਕਰ ਹੈ, ਕਦੇ ਕੋਈ। ਮਹਾਰਾਜ ਕਹਿੰਦੇ ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ। ਉਹ ਨਾਮ ਦਾ ਖਜ਼ਾਨਾ ਪਾ ਲਿਆ ਜਿਸਨੂੰ ਇਹ ਭਾਲਦਾ ਸੀ, ਲੱਭਦਾ ਸੀ। ਉਹ ਨਾਮ ਦਾ ਖਜ਼ਾਨਾ ਮਿਲ ਗਿਆ। ਕਿਉਂਕਿ ਹਰ ਇੱਕ ਚੀਜ਼ ਆਪਾਂ ਨੂੰ ਲੱਭਣੀ ਪਏਗੀ, ਮਿਹਨਤ ਆਪ ਕਰਨੀ ਪਏਗੀ। ਰੱਬ ਨੇ ਹੱਥ ਪੈਰ ਜੀਵਨ ਦੇ ਦਿੱਤਾ ਤੇ ਕਹਿਤਾ ਜਾ ਲੱਭ ਲੈ, ਜੋ ਲੱਭਣਾ ਲੱਭ ਲੈ, ਤੈਨੂੰ ਮਿਲ ਜਾਵੇਗਾ। ਮਿਹਨਤ ਤੈਨੂੰ ਆਪ ਕਰਨੀ ਪਵੇਗੀ। ਕੋਈ ਡਾਕਟਰ ਬਣ ਜਾਂਦਾ ਹੈ, ਕੋਈ ਪ੍ਰੋਫੈਸਰ ਬਣ ਜਾਂਦਾ ਹੈ, ਕੋਈ ਇੰਜੀਨੀਅਰ, ਕੋਈ ਮਕੈਨਿਕ ਬਣ ਜਾਂਦਾ ਹੈ। ਪੜ੍ਹਾਈ ਕਰ ਕਰਕੇ ਵੇਖੋ ਬੰਦਾ ਜੋ ਮਰਜ਼ੀ ਚਾਹਵੇ ਬਣ ਜਾਵੇ। ਇਸੇ ਤਰ੍ਹਾਂ ਬੰਦਗੀ ਕਰਕੇ ਜੋ ਚਾਹੋ ਮਿਲ ਜਾਵੇਗਾ, ਜੋ ਵੀ ਚਾਹੋ, ਪਰ ਉਹ ਬੰਦਗੀ ਕਰਨੀ ਪਵੇਗੀ। ਜੋਤ ਮਿਲੀ ਸੰਗ ਜੋਤ ਰਿਹਾ ਘਾਲਦਾ। ਜੋਤ ਜੋਤ ਵਿੱਚ ਮਿਲ ਗਈ, ਨੂਰ ਨੂਰ ਵਿੱਚ ਮਿਲ ਗਿਆ। ਆਤਮਾ ਸਾਡੀ ਨੂਰ ਹੈ। ਆਤਮਾ ਦਾ ਕੋਈ ਆਕਾਰ ਨਹੀਂ ਹੈ। ਜਿਵੇਂ ਬਿਜਲੀ ਦਾ ਕੋਈ ਆਕਾਰ ਨਹੀਂ ਹੈ ਨਾ, ਬਿਜਲੀ ਦਾ ਕੋਈ ਆਕਾਰ ਨਹੀਂ। ਉਹ ਛੋਟੇ ਬਲਬ ਦੇ ਵਿੱਚ ਵੀ ਹੈ, ਵੱਡੇ ਵਿੱਚ ਵੀ, ਸਾਰਿਆਂ ਵਿੱਚ, ਪਰ ਹੈ ਤਾਂ ਇੱਕੋ ਹੀ। ਉਸੇ ਬਿਜਲੀ ਨਾਲ ਕਿੰਨੇ ਵੱਡੇ ਵੱਡੇ ਉਪਕਰਨ ਚੱਲਦੇ ਨੇ, ਛੋਟਾ ਜਿਹਾ ਬਲਬ ਵੀ ਜਗ ਰਿਹਾ ਹੈ, ਪਰ ਉਹਦਾ ਕੋਈ ਆਕਾਰ ਨਹੀਂ। ਆਪਾਂ ਇਹ ਨਹੀਂ ਕਹਿ ਸਕਦੇ ਬਿਜਲੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਉਹਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ। ਉਹ ਕਿੰਨੀ ਲੰਮੀ ਹੈ, ਕਿੰਨੀ ਚੌੜੀ ਹੈ, ਕਿੰਨੀ ਮੋਟੀ ਹੈ, ਬਿਜਲੀ ਕਹਿ ਸਕਦੇ ਹਾਂ? ਨਹੀਂ ਕਹਿ ਸਕਦੇ ਨਾ। ਇਸੇ ਤਰ੍ਹਾਂ ਸਾਡੀ ਆਤਮਾ, ਕਿਉਂਕਿ ਪਰਮਾਤਮਾ ਵੀ ਨਿਰੰਕਾਰ। ਨਿਰੰਕਾਰ ਦਾ ਕੀ ਅਰਥ ਹੈ? ਨਿਰ ਆਕਾਰ। ਆਪਾਂ ਰੱਬ ਨੂੰ ਕੀ ਕਹਿੰਦੇ ਹਾਂ? ਨਿਰੰਕਾਰ। ਨਿਰੰਕਾਰ ਦਾ ਕੀ ਅਰਥ ਹੈ? ਨਿਰ ਆਕਾਰ, ਜਿਹਦਾ ਆਕਾਰ ਕੋਈ ਨਹੀਂ ਹੈ। ਜਿਵੇਂ ਇਸ ਬਿਜਲੀ ਦਾ, ਰੋਸ਼ਨੀ ਦਾ ਕੋਈ ਆਕਾਰ ਨਹੀਂ ਹੈ, ਹਵਾ ਦਾ ਕੋਈ ਆਕਾਰ ਨਹੀਂ ਹੈ, ਧੁੱਪ ਦਾ ਕੋਈ ਆਕਾਰ ਨਹੀਂ ਹੈ। ਧੁੱਪ ਦਾ ਆਪਾਂ ਕੀ ਆਕਾਰ ਕਹਾਂਗੇ? ਧੁੱਪ ਕਿੱਦਾਂ ਦੀ ਹੁੰਦੀ ਹੈ? ਲੰਮੀ ਹੁੰਦੀ, ਮੋਟੀ ਹੁੰਦੀ ਹੈ, ਕਿਸ ਤਰ੍ਹਾਂ ਦੀ ਹੁੰਦੀ ਹੈ? ਸਰਦੀ ਕਿਸ ਤਰ੍ਹਾਂ ਦੀ ਹੁੰਦੀ ਹੈ? ਨਿਰ ਆਕਾਰ ਹੈ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਉਹਨੂੰ ਕਿਹਾ ਗਿਆ ਨਿਰੰਕਾਰ। ਸਾਡੀ ਆਤਮਾ ਦਾ ਵੀ ਕੋਈ ਆਕਾਰ ਨਹੀਂ ਹੈ। ਆਤਮਾ ਪਰਮਾਤਮਾ ਵਿੱਚ ਮਿਲ ਗਈ।
ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਣੀ। ਮਹਾਰਾਜ ਫਰਮਾਨ ਕਰਦੇ ਨੇ ਕਿ ਸੂਖ ਸਹਿਜ ਆਨੰਦ ਉੱਠੇ ਤਿਤ ਘਰ। ਜਿੱਥੇ ਬੰਦਗੀ ਹੋਈ ਉੱਥੇ ਸੁੱਖ ਆ ਗਏ, ਸਹਿਜ ਅਵਸਥਾ ਆ ਗਈ, ਆਨੰਦ ਆ ਗਿਆ। ਉਸ ਘਰ ਦੇ ਵਿੱਚ ਖੇੜੇ ਹੀ ਖੇੜੇ ਬਣ ਗਏ। ਆਵਣ ਜਾਣ ਰਹੇ ਜਨਮ ਨਾ ਤਾਹਾ ਮਰ। ਉੱਥੇ ਆਵਣਾ ਜਾਵਣਾ ਖਤਮ ਹੋ ਗਿਆ, ਆਵਾਗਮਨ ਖਤਮ ਹੋ ਗਿਆ। ਨਾ ਉੱਥੇ ਹੁਣ ਜਨਮ ਹੁੰਦਾ ਨਾ ਮੌਤ ਹੁੰਦੀ ਹੈ। ਭਾਵ ਆਤਮਾ ਉਸ ਚੱਕਰ ਚੋਂ ਬਾਹਰ ਨਿਕਲ ਗਈ ਹੈ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟ ਆਇਆ। ਮਾਲਕ ਤੇ ਸੇਵਕ ਇੱਕ ਹੋ ਗਏ ਹਨ ਔਰ ਸਾਰੇ ਪਾਸੇ ਇੱਕ ਵਾਹਿਗੁਰੂ ਦ੍ਰਿਸ਼ਟਮਾਨ ਹੋ ਜਾਂਦਾ, ਦਿਖਾਈ ਦੇਣ ਲੱਗ ਪੈਂਦਾ ਗੁਰਮੁਖਾਂ ਨੂੰ ਰੱਬ ਕਿਵੇਂ ਵਰਤ ਰਿਹਾ ਹੈ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਗੁਰੂ ਦੀ ਕਿਰਪਾ ਨਾਲ ਜਗਿਆਸੂ ਗੁਰਮੁਖ ਸੱਚ ਵਿੱਚ ਸਮਾ ਗਿਆ, ਵਾਹਿਗੁਰੂ ਵਿੱਚ ਲੀਨ ਹੋ ਗਿਆ ਹੈ। ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਪਾਣੀ ਦੀ ਇੱਕ ਬੂੰਦ ਨੂੰ ਸਮੁੰਦਰ ਵੀ ਜਾ ਕੇ ਸੁੱਟ ਦੇਵੋ ਤੇ ਉਹਨੂੰ ਬਾਅਦ ਵਿੱਚੋਂ ਕੱਢਣਾ ਚਾਹੋ, ਕੀ ਕੱਢ ਲਵੋਗੇ? ਦੁਨੀਆ ਦੀ ਕੋਈ ਅਜੇ ਮਸ਼ੀਨ ਨਹੀਂ ਬਣੀ ਕਿ ਪਾਣੀ ਦੀ ਬੂੰਦ ਨੂੰ ਪਾਣੀ ਵਿੱਚ ਮਿਲਾਓ ਤੇ ਉਹਨੂੰ ਬਾਅਦ ਵਿੱਚ ਕੱਢਿਆ ਜਾਵੇ ਤੇ ਇਹ ਗਰੰਟੀ ਦਿੱਤੀ ਜਾਵੇ ਵੀ ਇਹ ਬੂੰਦ ਉਹੀ ਹੈ ਜਿਹੜੀ ਕੁਝ ਸੈਂਕੜ ਪਹਿਲਾਂ ਸੱਟੀ ਗਈ ਵਿੱਚ। ਨਹੀਂ ਕੱਢ ਸਕਦੇ। ਇਸੇ ਤਰ੍ਹਾਂ ਵਾਹਿਗੁਰੂ ਦੇ ਵਿੱਚ ਜੀਵ ਲੀਨ ਹੋ ਜਾਂਦਾ ਹੈ, ਗੁਰਮੁਖ ਲੀਨ ਹੋ ਜਾਂਦਾ ਹੈ, ਕੋਈ ਫਰਕ ਨਹੀਂ ਰਹਿੰਦਾ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ, ਸੱਚ ਵਿੱਚ ਲੀਨ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸ਼ੁੱਧ। ਇੱਥੇ ਮਹਾਰਾਜ ਬਚਨ ਲਿਖ ਦਿੱਤਾ ਸ਼ੁੱਧ। ਬਾਣੀ ਸਭ ਸੁਧਾਈ ਕੀਤੀ ਹੋਈ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪੂਰਨਤਾਈ ਨਹੀਂ ਹੈ। ਕਿਉਂਕਿ ਕਈ ਵਾਰ ਐਸਾ ਹੁੰਦਾ ਕਈ ਸ਼ਬਦ ਪੜ੍ਹ ਕੇ ਮਨ ਵਿੱਚ ਸ਼ੰਕਾ ਆ ਜਾਂਦਾ ਹੈ। ਜਿੱਥੇ ਕੋਈ ਸ਼ੰਕਾ ਆਉਣ ਦੀ ਗੁੰਜਾਇਸ਼ ਸੀ ਉੱਥੇ ਮਹਾਰਾਜ ਨੇ ਇਹ ਸ਼ਬਦ ਖਾਸ ਕਰਕੇ ਲਿਖਤਾ ਵੀ ਇੱਥੇ ਸਾਰੀ ਸੁਧਾਈ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਊਨਤਾਈ ਨਹੀਂ ਹੈ। ਇੱਥੇ ਗੁਜਰੀ ਰਾਗ ਦੀ ਦੂਸਰੀ ਵਾਰ ਸਮਾਪਤ ਹੋਈ ਹੈ। ਇਸ ਤੋਂ ਅੱਗੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਉਹ ਆਪਾਂ ਆਉਣ ਵਾਲੇ ਸਮੇਂ ਅੰਦਰ ਕਥਾ ਵਿਚਾਰ ਦੇ ਨਾਲ ਸਾਂਝ ਪਾਵਾਂਗੇ। ਸੋ ਗੁਰਮੁਖੋ, ਅੱਜ ਦਾ ਜੋ ਪਾਵਨ ਦਿਹਾੜਾ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਅੱਜ ਵੱਡੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਅੱਜ ਦੇ ਦਿਨ ਉਹਨਾਂ ਨੂੰ ਸਰਹੰਦ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਉਸ ਤੋਂ ਪਹਿਲਾਂ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਇਹਦਾ ਸਾਰਾ ਕਾਰਨ ਕਿ ਐਡੀਆਂ ਵੱਡੀਆਂ ਇਹ ਸ਼ਹਾਦਤਾਂ ਹੋਣ ਦਾ ਕਾਰਨ ਕੀ ਸੀ। ਅਸਲ ਵਿੱਚ ਤੁਸੀਂ ਆਪਾਂ ਜਦੋਂ ਸੰਸਾਰ ਦੀ ਹਿਸਟਰੀ ਨੂੰ ਪੜ੍ਹਦੇ ਹਾਂ, ਜਦੋਂ ਵੀ ਜਿਹੜਾ ਕੂੜ ਹੈ ਨਾ, ਉਹ ਸੱਚ ਨੂੰ ਦਬਾਉਣਾ ਚਾਹੁੰਦਾ ਹੈ, ਪਰ ਸੱਚ ਕਦੇ ਖਤਮ ਨਹੀਂ ਹੁੰਦਾ। ਅੱਲਾ ਯਾਰ ਖਾਂ ਜੋਗੀ ਉਹ ਨੇ 2 ਕਿਤਾਬਾਂ ਲਿਖੀਆਂ ਨੇ ਸਾਹਿਬਜ਼ਾਦਿਆਂ ਤੇ, ਸ਼ਹੀਦਾਂ ਨੇ ਵਫਾ ਤੇ ਗੰਜ ਸ਼ਹੀਦਾਂ। ਉਹਦੇ ਵਿੱਚ ਉਹ ਗੱਲ ਲਿਖਦੇ ਨੇ ਕਿ ਜਿਸ ਸਮੇਂ ਛੋਟੇ ਸਾਹਿਬਜ਼ਾਦਿਆਂ ਨੂੰ ਫਤਵਾ ਲਾ ਦਿੱਤਾ ਗਿਆ ਤੇ ਉਸ ਸਮੇਂ ਛੋਟੇ ਸਾਹਿਬਜ਼ਾਦੇ ਘਬਰਾਏ ਨਹੀਂ, ਡੋਲੇ ਨਹੀਂ, ਕਿਸੇ ਤਰ੍ਹਾਂ ਕਰਕੇ ਉਹਨਾਂ ਦੇ ਚਿਹਰੇ 'ਤੇ ਕੋਈ ਉਦਾਸੀ ਨਹੀਂ ਹੈ। ਤੇ ਉਹਨਾਂ ਨੇ ਜੋ ਬਚਨ ਆਖੇ ਉਹ ਅੱਲਾ ਯਾਰ ਖਾਂ ਜੋਗੀ ਉਹ ਕਿਤਾਬ ਦੇ ਵਿੱਚ ਲਿਖਦਾ ਹੈ। ਕਹਿੰਦੇ ਹੈ ਉਹਨਾਂ ਨੂੰ ਵਜ਼ੀਰ ਖਾਂ ਨੂੰ
ਸੁੱਚਾ ਆਨੰਦ ਨੂੰ, ਉਹ ਸਾਰੇ ਅਹਿਲਕਾਰਾਂ ਨੂੰ ਮੁਖਾਤਬ ਹੋ ਕੇ ਸਾਹਿਬਜ਼ਾਦੇ ਕੀ ਆਖਦੇ ਨੇ? ਸੱਚ ਮਿਟਾਓਗੇ ਤੋ ਮਿਟ ਜਾਓਗੇ ਜਹਾਨ ਸੇ। ਸੱਚ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਸਮੇਂ ਸਮੇਂ ਕੂੜ ਦੀਆਂ ਹਕੂਮਤਾਂ ਨੇ, ਇਹਨਾਂ ਲੋਕਾਂ ਨੇ ਸੱਚ ਨੂੰ ਮਿਟਾਉਣਾ ਚਾਹਿਆ ਹੈ। ਤੇ ਅੱਲਾ ਯਾਰ ਖਾਨ ਲੋਕ ਜੋਗੀ ਲਿਖਦਾ ਹੈ, ਸਾਹਿਬਜ਼ਾਦੇ ਕੀ ਕਹਿਣ ਲੱਗੇ? ਸੱਚ ਮਿਟਾਓਗੇ ਤੋ ਮਿਟ ਜਾਓਗੇ ਜਹਾਨ ਸੇ। ਡਰਤਾ ਨਹੀਂ ਅਕਾਲ ਸ਼ਹਿਨशाह ਕੀ ਸ਼ਾਨ ਸੇ। ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਬਾਦਸ਼ਾਹ ਦੇ ਕੋਲੋਂ ਡਰਦਾ ਨਹੀਂ ਹੈ, ਤੇ ਉਹਦੇ ਮੰਨਣ ਵਾਲੇ ਵੀ ਕਿਸੇ ਬਾਦਸ਼ਾਹ ਦੇ ਕੋਲੋਂ, ਕਿਸੇ ਹਕੂਮਤ ਕੋਲੋਂ ਡਰਦੇ ਨਹੀਂ ਹਨ। ਕਿਉਂਕਿ ਜਿਸ ਤਰ੍ਹਾਂ ਦਾ ਪਿਓ ਹੁੰਦਾ ਹੈ, ਪੁੱਤਰ ਵੀ ਉਸ ਤਰ੍ਹਾਂ ਦੇ ਹੁੰਦੇ ਨੇ। ਉਪਦੇਸ਼ ਇਹ ਆਪਣਾ ਸੁਣ ਲੋ ਜਰਾ ਦਿਲ ਕੇ ਕਾਨ ਸੇ। ਤੇ ਸਾਹਿਬਜ਼ਾਦੇ ਕਹਿਣ ਲੱਗੇ, ਵਜੀਦ ਖਾਂ ਝੂਠਾ ਆਨੰਦ, ਇਹ ਜਰਾ ਦਿਲ ਦੀ ਕੰਨ ਦੇ ਨਾਲ ਆਵਾਜ਼ ਨੂੰ ਸੁਣ ਲਓ। ਇਹ ਤੁਹਾਡੇ ਭਲੇ ਦੀ ਗੱਲ ਹੈ ਕਿ ਸੱਚ ਦੇ ਨਾਲ ਨਾ ਖਹੋ, ਤੁਹਾਡਾ ਬਚਾਅ ਹੋ ਜਾਵੇਗਾ। ਉਪਦੇਸ਼ ਇਹ ਆਪਣਾ ਜਬ ਸੁਣ ਲਓ ਜਰਾ ਦਿਲ ਕੇ ਕਾਨ ਸੇ। ਇਹ ਉਪਦੇਸ਼ ਸੁਣ ਲਵੋ। ਜੇਕਰ ਤੁਸੀਂ ਆਪਣੀਆਂ ਵਧੀਕੀਆਂ ਤੋਂ, ਪਾਪ ਤੋਂ ਬਾਜ ਨਾ ਆਏ ਤੇ ਤੁਹਾਡਾ ਫਿਰ ਕੀ ਹਾਲ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਗੇ ਜਾ ਕੇ ਜੋਗੀ ਜੀ ਲਿਖਦੇ ਨੇ, जोगी जी बस हुई इसके बाद थोड़ी देर सी बस्ती सरहंद शहर ईंटों का ढेर थी। थोड़ा समय लंघिया सी ते फिर ये वसदा होया सरहंद ਇੱਟਾਂ ਦਾ ਸ਼ਹਿਰ ਬਣ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਆ ਕੇ ਇੱਟ ਨਾਲ ਇੱਟ ਖੜਕਾ ਦਿੱਤੀ ਇਹਦੀ, ਕਿਉਂਕਿ ਜਿੱਥੇ ਜਿੱਥੇ ਵੀ ਸੱਚ ਨੂੰ ਮਿਟਾਉਣਾ ਚਾਹਿਆ ਉੱਥੇ ਫਿਰ ਸੱਚ ਸਗੋਂ ਜ਼ਿਆਦਾ ਪ੍ਰਗਟ ਹੋਇਆ, ਉਜਾਗਰ ਹੋਇਆ। ਅੱਜ ਉਹ ਥਾਂ ਵੇਖੋ, ਸਾਹਿਬਜ਼ਾਦਿਆਂ ਦੇ ਝੰਡੇ ਝੂਲਦੇ ਨਿਸ਼ਾਨ, ਕਿੰਨਾ ਸੰਸਾਰ ਉੱਥੇ ਆ ਕੇ ਝੁਕਦਾ ਹੈ। ਜਦੋਂ ਆਪਾਂ ਇਤਿਹਾਸ ਨੂੰ ਵੇਖੀਏ, ਆਨੰਦਪੁਰ ਸਾਹਿਬ ਤੋਂ ਜਦੋਂ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਚੱਲਦਾ ਹੈ, ਸਰਸਾ ਨਦੀ ਦੇ ਕੰਢੇ 'ਤੇ ਆ ਕੇ ਵਿਛੋੜਾ ਪੈ ਜਾਂਦਾ ਹੈ ਪਰਿਵਾਰ ਦਾ, ਅਤੇ ਉੱਥੋਂ ਗੁਰੂ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ, ਇੱਕ ਨਾਲ ਹੋਰ ਸੇਵਾਦਾਰ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦੇ ਨਾਲ ਉਹ ਚੌਂਤਾ ਨਗਰ ਹੈ, ਉੱਥੇ ਹੁਣ ਇੱਕ ਬਹੁਤ ਵੱਡਾ ਨਾ ਕਾਲਜ ਬਣਿਆ ਹੈ। ਉੱਥੇ ਬੱਚਿਆਂ ਮਸ਼ੀਨਰੀ ਕਾਲਜ, ਸਿੱਖ ਮਸ਼ੀਨਰੀ ਕਾਲਜ ਹੈ, ਉੱਥੇ ਬੱਚਿਆਂ ਨੂੰ ਕਥਾ ਪਾਠ ਗੁਰਬਾਣੀ ਇਹ ਸਿਖਾਇਆ ਜਾਂਦਾ ਹੈ। ਉੱਥੇ ਕੁੰਭਾ ਮਾਸ਼ਕੀ ਮਿਲਦਾ ਹੈ। ਇਹਦਾ ਨਾਮ ਕਰੀਮ ਬਖਸ਼ ਕਰਕੇ ਆਉਂਦਾ ਹੈ। ਪਹਿਲਾਂ ਹਿੰਦੂ ਸੀ, ਮੁੜ ਕੇ ਮੁਸਲਮਾਨ ਬਣ ਗਿਆ ਅਤੇ ਇਹਦਾ ਨਾਮ ਇਹ ਹੋਇਆ। ਅਤੇ ਇਹਨੇ ਬੜਾ ਸਤਿਕਾਰ ਕੀਤਾ, ਇਹਦੇ ਝੌਂਪੜੀ ਵਿੱਚ ਰਹੇ। ਇਹਦੇ ਗੁਆਂਢ ਦੇ ਵਿੱਚ ਇੱਕ ਲక్ష్ਮੀ ਨਾਮ ਕਰਕੇ ਬੀਬੀ ਰਹਿੰਦੀ ਸੀ। ਇਤਿਹਾਸਕਾਰ ਲਿਖਦੇ ਨੇ ਕਿ ਆਨੰਦਪੁਰ ਸਾਹਿਬ ਤੋਂ ਚੱਲੇ ਹੋਏ 7 ਪੋਹ ਦੀ ਰਾਤ ਉੱਥੇ ਆ ਕੇ ਹੀ ਉਸ ਨਗਰ ਦੇ ਵਿੱਚ, ਉਸ ਝੌਂਪੜੀ ਦੇ ਵਿੱਚ ਰਹਿੰਦੇ ਨੇ। ਅਤੇ ਉਹ ਬੀਬੀ ਲక్ష్ਮੀ ਕਹਿੰਦੇ ਹਨ ਇਤਿਹਾਸ ਕਰਕੇ ਪਹਿਲੀ ਵਾਰ ਉੱਥੋਂ ਆਨੰਦਪੁਰ ਸਾਹਿਬ ਜਿਉਂ ਛੱਡਿਆ ਅਤੇ ਇੱਥੇ ਆ ਕੇ ਬੱਚਿਆਂ ਨੇ ਅਤੇ ਮਾਤਾ ਨੇ ਪ੍ਰਸ਼ਾਦਾ ਛਕਿਆ ਹੈ। ਇਸ ਤੋਂ ਅੱਗੇ ਗੰਗੂ ਬ੍ਰਾਹਮਣ ਮਿਲ ਜਾਂਦਾ ਹੈ, ਉਹ ਆਪਣੀ ਨਗਰ ਸਹੇੜੀ ਵਿੱਚ ਲੈ ਆਉਂਦਾ ਹੈ। ਸਰੋਤਾਂ ਵਿੱਚ ਇਹਦਾ ਨਾਮ ਸਹੇੜੀ ਹੈ, ਫਿਰ ਖੇੜੀ ਬਣ ਗਿਆ, ਕਿਉਂਕਿ ਇਸ ਨਗਰ ਨੂੰ ਵੀ ਬਾਬਾ ਬੰਦਾ ਸਿੰਘ ਨੇ ਉਖੇੜ ਦਿੱਤਾ ਸੀ। ਹੌਲੀ ਹੌਲੀ ਉਖੇੜੀ ਤੋਂ ਫਿਰ ਇਹ ਸਹੇੜੀ ਬਣ ਗਿਆ। ਜਿਹੜਾ ਖੇੜੀ ਬਣ ਗਿਆ ਇਹ ਨਗਰ, ਇੱਥੇ 8 ਪੋਹ ਦੀ ਰਾਤ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਥੇ ਆ ਕੇ ਗੰਗੂ ਬ੍ਰਾਹਮਣ ਦੇ ਘਰ ਰਹੇ ਨੇ। 8 ਪੋਹ ਦੀ ਰਾਤ ਇੱਧਰ 8 ਪੋਹ ਨੂੰ ਚਮਕੌਰ ਦੀ ਗੜੀ ਵਿੱਚ ਜੰਗ ਹੋ ਚੁੱਕਾ ਹੈ। ਵੱਡੇ ਸਾਹਿਬਜ਼ਾਦਿਆਂ ਦੀ ਅਤੇ ਸਿੰਘਾਂ ਦੀ ਸ਼ਹੀਦੀ ਹੋ ਚੁੱਕੀ ਹੈ। 10ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਸਾਹਿਬ ਤੋਂ ਚਾਲੇ ਪਾ ਦਿੱਤੇ ਨੇ ਮਾਛੀਵਾੜਾ ਸਾਹਿਬ ਵੱਲ ਨੂੰ। ਇੱਧਰ 8 ਪੋਹ ਦੀ ਰਾਤ ਛੋਟੇ ਸਾਹਿਬਜ਼ਾਦੇ
ਉਹ ਗੰਗੂ ਦੇ ਘਰ ਹਨ। ਤੇ ਉਸ ਸਮੇਂ ਦਾ ਇੱਕ ਕਵੀ, ਮਹਾਰਾਜ ਦੇ ਜਿਹੜੇ 52 ਕਵੀਆਂ ਦੇ ਵਿੱਚੋਂ ਉਹਨੇ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਜਿਹੜੀ ਕਥਾ ਲਿਖੀ ਹੈ ਕਿ ਉਹ ਲਿਖਦਾ ਹੈ ਦੂਨਾ ਸਿੰਘ ਹੰਡੂਰੀਆ ਕਿ ਬੱਚਿਆਂ ਅੱਗੇ ਰੋਟੀ ਜਿਹੜੀ ਲਿਆਂਦੀ ਉਹ ਬੜੀ ਨਖਿੱਧ ਰੋਟੀ ਇਹਨੇ ਘਰ ਦੇ ਵਿੱਚੋਂ ਲਿਆ ਕੇ ਰੱਖੀ। ਅਤੇ ਸਾਹਿਬਜ਼ਾਦੇ ਆਖਦੇ ਨੇ ਮਾਂ ਨੂੰ ਕਿ ਮਾਂ, ਇਸ ਤਰ੍ਹਾਂ ਦੀ ਰੋਟੀ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ, ਕਾਂ ਵੀ ਨਹੀਂ ਖਾਂਦੇ, ਅਸੀਂ ਇਹ ਰੋਟੀ ਕਿਵੇਂ ਖਾਈਏ, ਇੰਨੀ ਨਖਿੱਧ ਰੋਟੀ। ਉਹ ਰੋਟੀ ਨਹੀਂ ਖਾਧੀ। 8 ਰਾਤ ਦੀ ਪੋਹ ਬੱਚੇ ਭੁੱਖੇ ਹੀ ਰਹੇ ਨੇ। ਔਰ ਇਹ ਵੀ ਗੱਲ ਵੇਖਣ ਨੂੰ ਮਿਲਦੀ, ਕਿਤੇ ਵੀ ਬੱਚੇ ਵੇਖੋ, ਸਾਰੇ ਰਾਈਟਰਾਂ ਨੇ ਜੋ ਕੁਝ ਲਿਖਿਆ ਇਤਿਹਾਸ, ਕਿਤੇ ਵੀ ਸਾਹਿਬਜ਼ਾਦੇ ਰੋਟੀ ਮੰਗਦੇ ਨਹੀਂ ਹਨ ਵੀ ਸਾਨੂੰ ਭੁੱਖ ਲੱਗੀ। ਕਿੰਨਾ ਉਹਨਾਂ ਦੇ ਅੰਦਰ ਸਿਦਕ ਹੋਵੇਗਾ, ਕਿੰਨੀ ਬਰਕਤ ਹੋਵੇਗੀ। ਅਤੇ ਫਿਰ ਇਹ ਗੰਗੂ ਬ੍ਰਾਹਮਣ ਲਾਲਚ ਵਿੱਚ ਆਇਆ ਹੋਇਆ, ਆਪਾਂ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਮੋਹਰਾਂ ਦੇ ਲਾਲਚ ਵਿੱਚ ਆ ਕੇ ਇਹਨੇ ਨਗਰ ਦੇ ਚੌਧਰੀ ਨੂੰ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕਰਤੀ। ਉੱਥੋਂ ਫਿਰ ਜਾ ਕੇ ਜਾਨੀ ਖਾਂ ਅਤੇ ਮਾਨੀ ਖਾਂ, ਉਹ 2 ਜਿਹੜੇ ਆਏ ਸਿਪਾਹੀ, ਸਾਹਿਬਜ਼ਾਦਿਆਂ ਨੂੰ ਤੂੰ ਕੈਦ ਕਰ ਲੈਂਦੇ ਨੇ। 9 ਪੋਹ ਦੀ ਰਾਤ ਬੱਚੇ ਮਰਿੰਡੇ ਕੋਤਵਾਲੀ ਜੇਲ੍ਹ ਦੇ ਵਿੱਚ ਰਹਿੰਦੇ ਨੇ। 9 ਪੋਹ ਦੀ ਰਾਤ। ਉੱਥੋਂ ਫਿਰ ਇਹਨਾਂ ਨੂੰ ਸਰਹੰਦ ਲਿਆਂਦਾ ਜਾਂਦਾ ਹੈ। 10 ਪੋਹ ਦੀ ਰਾਤ ਪਹਿਲੀ ਠੰਡੇ ਬੁਰਜ ਦੇ ਵਿੱਚ ਲਿਆ ਕੇ ਰੋਕਿਆ ਜਾਂਦਾ, ਉੱਥੇ ਰੱਖਿਆ ਜਾਂਦਾ ਹੈ। ਹੁਣ ਦੇਖੋ, 7 ਪੋਹ ਦੀ ਰਾਤ ਨੂੰ ਕੁਝ ਖਾਣ ਨੂੰ ਮਿਲਿਆ, 8 ਪੋਹ ਦੀ ਰਾਤ ਵੀ ਲੰਘ ਗਈ, ਦਿਨ ਵੀ ਲੰਘ ਗਿਆ, 9 ਪੋਹ ਦਾ ਦਿਨ ਵੀ, 9 ਪੋਹ ਦੀ ਰਾਤ ਵੀ, 10 ਪੋਹ ਦਾ ਦਿਨ ਵੀ ਲੰਘ ਗਿਆ, 10 ਪੋਹ ਦੀ ਰਾਤ ਆ ਗਈ ਹੈ। ਅਤੇ 11 ਪੋਹ ਦਾ ਦਿਨ ਚੜ੍ਹਿਆ। 11 ਪੋਹ ਨੂੰ ਪੇਸ਼ੀ ਹੁੰਦੀ ਹੈ ਪਹਿਲੀ। ਬੱਚਿਆਂ ਦੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ, ਡਰਾਵੇ ਦਿੱਤੇ ਜਾਂਦੇ ਨੇ, ਤੁਹਾਡੇ ਪਿਤਾ ਨੂੰ, ਤੁਹਾਡੇ ਵੱਡੇ ਭਰਾਵਾਂ ਨੂੰ ਮਾਰ ਦਿੱਤਾ ਗਿਆ ਹੈ, ਆਨੰਦਪੁਰ ਬਿਲਕੁਲ ਉਜੜ ਗਿਆ, ਤੁਸੀਂ ਇਸਲਾਮ ਕਬੂਲ ਕਰ ਲਵੋ। ਅਤੇ ਸਾਧ ਸੰਗਤ 11 ਪੋਹ ਨੂੰ ਅਤੇ 12 ਪੋਹ ਦੀ ਰਾਤ ਨੂੰ ਜਿਹੜਾ ਹੈ ਉਹ ਮੋਤੀ ਮਹਿਰਾ ਦੁੱਧ ਛਕਾਉਂਦਾ ਬੱਚਿਆਂ ਨੂੰ, ਆਪਣੇ ਗਹਿਣੇ ਗੁਣੇ ਸਿਪਾਹੀਆਂ ਨੂੰ ਦੇ ਕੇ ਉਹ ਦੁੱਧ ਛਕਾਉਂਦਾ। 11 ਅਤੇ 12 ਪੋਹ 2 ਦਿਨ ਪੇਸ਼ੀ ਹੁੰਦੀ ਬੱਚਿਆਂ ਦੀ, ਡਰਾਵੇ ਦਿੱਤੇ ਜਾਂਦੇ ਨੇ, ਲਾਲਚ ਦਿੱਤੇ ਜਾਂਦੇ ਨੇ। 13 ਪੋਹ ਨੂੰ ਵੀ ਸੱਦਿਆ ਜਾਂਦਾ, ਆਖਰੀ ਹਥਿਆਰ ਵਰਤ ਕੇ। ਦੇਖਿਆ ਜਾਂਦਾ ਕਿ ਜਦੋਂ ਸਾਹਿਬਜ਼ਾਦੇ ਨਹੀਂ ਮੰਨਦੇ ਫਿਰ ਫਤਵਾ ਲਾ ਦਿੱਤਾ ਜਾਂਦਾ। ਅਤੇ 13 ਪੋਹ ਨੂੰ ਇਹ ਅੱਜ ਦੇ ਦਿਨ 13 ਪੋਹ ਦਾ ਦਿਹਾੜਾ ਅੱਜ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਹੈ। ਹੋਰ ਵੀ ਬੜਾ ਕੁਝ ਇਤਿਹਾਸਕ ਪੰਨਿਆਂ 'ਤੇ ਲਿਖਿਆ ਹੈ ਕਿ ਬੱਚਿਆਂ ਨੂੰ ਗਲੇਲੇ ਵੀ ਮਾਰੇ ਜਾਂਦੇ ਨੇ, ਤੂਤ ਦੀਆਂ ਸ਼ਮਕਾਂ ਨਾਲ ਵੀ ਮਾਰਿਆ ਜਾਂਦਾ ਹੈ ਇੰਨੀ ਸਰਦੀ ਦੇ ਵਿੱਚ। ਪਰ ਗੁਰੂ ਦੇ ਲਾਲ ਕਿਤੇ ਵੀ ਡੋਲਦੇ ਨਹੀਂ। ਸੋ ਨਾ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਕਰੋੜਾਂ ਵਾਰੀ ਨਮਸਕਾਰ ਹੈ। ਇਤਿਹਾਸ ਦੇ ਹੋਰ ਵੀ ਬਹੁਤ ਸਾਰੇ ਪੱਖ ਨੇ, ਇਹ ਆਪਾਂ ਥੋੜ੍ਹਾ ਜਿਹਾ ਸਮਾਂ ਹਾਜ਼ਰੀ ਭਰੀ ਜੋ ਦਰਗਾਹੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜਾਪ ਹੋਏ ਨੇ। ਆਓ ਹੁਣ ਭੋਗ ਦੇ ਸ਼ਲੋਕ ਸਰਵਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।